डिलीवरी तो बाद एक औरत की मौत होने का मामला सामने आया। परिवारक मैंबरां ने हस्पताल के उत्ते लापरवाही के इल्जाम लगाए ने ते अज हस्पताल के बाहर पहुंच के भारी हंगामा किया गया ते प्रशासन को इंसाफ की गुहार लगाई गई है। जानकारी मुताबिक कहा जा रहा है कि एक औरत की डिलीवरी हुई सी जिसने 2 जुड़वा बच्चों को जन्म दिता सी। उस तो बाद लगातार औरत की हालत जो है वो विगड़ती गई तो हुण उसकी मौत हो गई। गुस्से दे विच आए परिवारक मैंबरां ने हस्पताल के बाहर जाके धरना लगा दिता ते इंसाफ की मंग की गई है। दरअसल मामला सामने आया दसूहा तो जिथे एक औरत की डिलीवरी तो बाद मौत हो गई। दूजे पासे डॉक्टर का कहना है कि यह डिलीवरी का एमरजेंसी केस सी अते ट्विंस बच्चों की डिलीवरी हुई सी ते महिला के प्लेटलेट सैल जो ने वो काफ़ी घट सी जिस दे कारण औरत नूं दर्द शुरू हो गया अते एमरजेंसी दे विच ऑपरेशन करना पिया। मैं सवेरे 4 ਵਜੇ ਪੇਸ਼ੈਂਟ ਨੂੰ ਨਾਲ ਲੈ ਕੇ ਇੱਥੇ ਪਹੁੰਚ ਚੁੱਕਿਆ ਸੀਗਾ। ਇਹਨਾਂ ਨੇ ਸਾਡਾ ਪੇਸ਼ੈਂਟ ਐਡਮਿਟ ਕੀਤਾ, ਸ਼ਾਮ ਤੱਕ ਉਹਨੂੰ ਐਡਮਿਟ ਰੱਖਿਆ। ਪੇਸ਼ੈਂਟ ਦਾ ਰਵਿੰਦਰ ਕੌਰ, ਲੜਕੀ ਰਵਿੰਦਰ ਕੌਰ ਆ, ਮੇਰੀ ਸਾਲੀ ਲੱਗਦੀ ਆ। ਗਵਲੀ ਮੇਰੇ ਤੋਂ ਛੋਟੀ ਆ, ਮੇਰੀ ਵਾਈਫ ਤੋਂ ਛੋਟੀ ਆ ਉਹ। ਤੇ ਉਹ ਬਿਲਕੁਲ ਸਹੀ ਸਲਾਮਤ ਸੀਗੀ। ਵੀਡੀਓ ਸਾਡੇ ਕੋਲ ਆ, ਬਿਲਕੁਲ ਸਹੀ ਸਲਾਮਤ ਉਹਨੂੰ ਆਪਾਂ ਲੈ ਕੇ ਆਏ ਆ। ਇਹਨਾਂ ਨੇ ਟ੍ਰੀਟਮੈਂਟ ਨਹੀਂ ਸਹੀ ਕੀਤਾ। ਲਾਸਟ ਆਪਰੇਸ਼ਨ ਥੀਏਟਰ ਵਿੱਚ 6:04 ਦੇ ਅੰਦਰ ਲੈ ਕੇ ਗਏ ਆ। 6:04 ਤੋਂ ਲੈ ਕੇ 15-20 ਮਿੰਟਾਂ ਦੇ ਵਿੱਚ ਬੱਚਾ ਸਾਨੂੰ ਇਹਨਾਂ ਨੇ ਦਿੱਤੇ ਕਿ ਬੱਚੇ ਤੁਹਾਡੇ ਸਹੀ ਸਲਾਮਤ ਆ। ਬਾਅਦ ਵਿੱਚ ਕਹਿੰਦੇ ਕਿ ਅਸੀਂ ਪੇਸ਼ੈਂਟ ਨੂੰ ਅਸੀਂ ਸਟਿਚਿਸ ਕਰ ਰਹੇ ਹਾਂ, ਉਸ ਤੋਂ ਬਾਅਦ ਤੁਹਾਨੂੰ ਦੇ ਦੇਵਾਂਗੇ। ਇਹਨਾਂ ਨੇ ਕੀ ਕੀਤਾ, ਸਾਨੂੰ ਕਹਿੰਦੇ ਹੁਣ ਉਹਦਾ ਬਲੱਡ ਨਹੀਂ ਠੀਕ ਹੋ ਰਿਹਾ, ਬਲੱਡ ਨਹੀਂ ਰੁਕ ਰਿਹਾ। ਇਹਨਾਂ ਤੋਂ ਬਲੱਡ ਦੀ ਕੋਈ ਨਸ ਕੱਟੀ ਗਈ ਹੈ ਜਾਂ ਕੁਛ ਨਾ ਕੁਛ ਇਹਨਾਂ ਤੋਂ ਹੋਇਆ, ਮਿਸਟੇਕ ਹੋਈ ਇਹਨਾਂ ਤੋਂ ਜਿਹੜੀ ਇਹ ਮੰਨ ਨਹੀਂ ਰਹੇ। ਤੇ ਇਹਨਾਂ ਤੋਂ ਬਲੱਡ ਕਿਉਂ ਨਹੀਂ ਰੁਕ ਰਿਹਾ? ਪਹਿਲੀ ਗੱਲ ਤਾਂ ਇਹਨਾਂ ਨੂੰ ਆਪਣੇ ਹੱਥ ਦੇ ਵਿੱਚ ਇਹ ਕੇਸ ਨਹੀਂ ਲੈਣਾ ਚਾਹੀਦਾ। ਜੇ ਕ੍ਰਿਟੀਕਲ ਸੀਗਾ, ਇਹਨਾਂ ਨੇ ਜਦੋਂ ਸੈੱਲ ਚੜਾਏ, ਇਹਨਾਂ ਤੋਂ ਸੈੱਲ ਨਹੀਂ ਪ੍ਰੋਪਰ ਤਰੀਕੇ ਨਾਲ ਚੜੇ। ਕੁੜੀ ਨੂੰ ਇਹਨਾਂ ਨੇ ਓਵਰਹੀਟ ਕਰ ਦਿੱਤਾ। ਕੁੜੀ ਇੰਨੀ ਜ਼ਿਆਦਾ ਬਿਮਾਰ ਹੋ ਗਈ, 103, 4, 5, 6 ਤੇ ਬੁਖਾਰ ਚੱਲ ਗਿਆ ਉਹਦਾ। ਫਿਰ ਇਹਨਾਂ ਨੇ ਉਹਨੂੰ ਬੁਖਾਰ ਨੂੰ ਡਾਊਨ ਕਰਨ ਵਾਸਤੇ 1 ਘੰਟਾ ਲੱਗਾ ਇਹਨਾਂ ਨੂੰ। ਜਿੱਦਾਂ ਹੀ ਕੁੜੀ ਦਾ ਬੁਖਾਰ ਨਾਰਮਲ ਹੋਇਆ, ਫਟਾਫਟ ਆਪਰੇਸ਼ਨ ਥੀਏਟਰ 'ਚ ਕੁੜੀ ਨੂੰ ਲੈ ਗਏ 6:04 ਦੇ ਉੱਤੇ। ਜੇ ਤੁਹਾਡੇ ਹੱਥੋਂ ਨਿਕਲ ਚੁੱਕਾ ਹੈ ਕਿ ਜਾਂ ਤੁਹਾਡੇ ਹੱਥ ਵੱਸ ਨਹੀਂ ਸੀ, ਤੁਸੀਂ ਨਾ ਲੈਂਦੇ। ਤੁਸੀਂ ਕਿਉਂ ਆਪਣੇ ਐਕਸੈਪਟ ਕੀਤਾ ਕਿ ਅਸੀਂ ਕਰਾਂਗੇ? ਬਸ ਇਹੀ ਹੈ ਮੇਰੇ ਕਿ ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਜੋ ਨਿੱਕੇ ਬੱਚੇ ਪੈਦਾ ਕੀਤੇ ਨਾ, ਉਹਨੇ 2 ਕੁੜੀਆਂ ਪੈਦਾ ਹੋਈਆਂ ਆ, ਉਹਨੂੰ ਇਨਸਾਫ ਮਿਲ ਜਾਵੇ। ਅਸੀਂ ਕਹਿੰਦੇ ਵੀ ਉਹਨਾਂ ਦੇ ਹੱਕ ਦੇ ਲਈ ਅਸੀਂ ਲੜ ਰਹੇ ਹਾਂ ਕਿ ਉਹਨਾਂ ਨੂੰ ਕੁਛ ਨਾ ਕੁਛ ਮਿਲੇ। ਹਸਪੀਟਲ ਇਲਾਜ ਕਦੋਂ ਦਾ ਚੱਲ ਰਿਹਾ ਸੀਗਾ ਇੱਥੇ ਸਰ? ਇਹ ਤਕਰੀਬਨ 6 ਮਹੀਨੇ ਇਲਾਜ ਉਹਨਾਂ ਦਾ ਨੋਵਾ ਹਸਪੀਟਲ ਆ ਜਿਹੜਾ ਜਲੰਧਰ ਹੈ, ਉੱਥੇ IVF ਕਰਾਇਆ ਸੀ ਉਹਨਾਂ ਨੇ। ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਇੱਥੇ ਰੈਫਰ ਲੈ ਲਿਆ ਸੀਗਾ ਵੀ ਤੁਸੀਂ ਲਾਈਫ ਕੇਅਰ 'ਚੋਂ ਕਰਾਓ। 6ਵੇਂ ਮਹੀਨੇ ਤੋਂ ਬਾਅਦ 7ਵੇਂ 8ਵੇਂ 9ਵੇਂ ਇੱਥੇ ਕਰਾਇਆ ਉਹਨਾਂ ਨੇ। ਤੇ ਡਾਕਟਰ ਕਹਿ ਰਹੇ ਠੀਕ ਆ, ਨਾਰਮਲ ਆ। 2 ਤਰੀਕ ਇਹਨਾਂ ਨੇ ਦਿੱਤੀ ਸੀ, 2 ਨੂੰ ਆਪਰੇਟ ਕਰਾਂਗੇ। 2 ਤੋਂ ਫਿਰ 1 ਤਰੀਕ ਨੂੰ ਆਪਾਂ ਆ ਗਏ ਸੀਗੇ, ਪੇਨ ਹੋਣ ਲੱਗ ਪਈ ਸੀਗੀ। ਤੇ ਜਦੋਂ ਵੀ ਵੱਡਾ ਆਪਰੇਸ਼ਨ ਆ, ਵੱਡੇ ਆਪਰੇਸ਼ਨ ਵਿੱਚ ਕੋਈ ਕੇਸ ਇੰਨਾ ਮੈਹੋ ਨਹੀਂ ਹੁੰਦਾ ਕਿ ਬੱਚੇ ਦੀ ਡੈਥ ਹੀ ਹੋ ਜਾਣੀ ਆ। ਜੇ ਤੁਹਾਡੇ ਤੋਂ ਨਹੀਂ ਸਾਂਭਿਆ ਗਿਆ ਸੀ ਜਾਂ ਤੁਹਾਡਾ ਕੇਸ ਨਹੀਂ ਤੁਹਾਡੇ ਤੋਂ ਹੱਲ ਹੋ ਰਿਹਾ, ਤੁਸੀਂ ਅੱਗੇ ਰੈਫਰ ਕਰ ਦਿੰਦੇ ਸਟਾਰਟਿੰਗ ਵਿੱਚ ਹੀ, ਪਰ ਇਹਨਾਂ ਨੇ ਨਹੀਂ ਕੀਤਾ। ਮੈਂ ਕਿਹਾ ਅੰਦਰ ਬੈਠੇ ਕੀ ਗੱਲਬਾਤ ਸਰ, ਅਸੀਂ ਇਹੀ ਗੱਲ ਕਰਨਾ ਚਾਹੁੰਦੇ ਕਿ ਜਿਹੜੇ 2 ਬੱਚੇ ਨਿੱਕੇ ਆਏ ਆ ਨਾ ਇਸ ਦੁਨੀਆ ਦੇ ਵਿੱਚ, ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਨਾਂ ਦੇ ਉੱਤੇ ਘੱਟੋ ਘੱਟ ਨਹੀਂ ਤਾਂ 10-10 ਲੱਖ ਰੁਪਈਆ ਉਹਨਾਂ ਦੇ ਨਾਂ ਦੇ ਉੱਤੇ ਕਲੇਮ ਹੋਵੇ, ਤਾਂ ਕਿ ਉਹਨਾਂ ਦੀ ਲਾਈਫ ਜਿਹੜੀ ਆ, ਜਿਨ੍ਹਾਂ ਦੇ ਕੋਲ ਵੀ ਉਹ ਬੱਚੇ ਰਹਿਣਗੇ ਨਾ, ਤੇ ਉਹ ਮਤਲਬ ਕਿ ਆਪਣੀ ਜ਼ਿੰਦਗੀ ਉਹਨਾਂ ਦੀ ਕੇਅਰ ਅੱਛੀ ਹੋ ਜਾਵੇ। ਬਸ ਇਹ ਚੋਂ ਪਰਿਵਾਰ ਗਰੀਬ ਆ, ਇੱਕੋ ਇੱਕ ਮੁੰਡਾ ਆ ਉਹਨਾਂ ਦਾ, ਇੱਕੋ ਇੱਕ ਉਹਨਾਂ ਦਾ, ਜਿਹੜੀਆਂ ਕੁੜੀਆਂ ਉਹਨਾਂ ਦਾ ਇੱਕੋ ਇੱਕ ਪਿਓ ਆ, ਇੱਕੋ ਇੱਕ ਬਾਪ ਆ ਉਹਨਾਂ ਦਾ। ਉਹ ਸਰ ਕਿੱਥੇ ਤੱਕ ਲੈ ਕੇ ਜਾਊਗਾ ਬੱਚਿਆਂ ਨੂੰ? 2 ਬੱਚੀਆਂ, ਉਹ ਜੌਬ ਵੀ ਕਰੂਗਾ, ਆਪਣੇ ਬੱਚਿਆਂ ਨੂੰ ਮਾਂ-ਬਾਪ ਨੂੰ ਕਿੱਦਾਂ ਸੰਭਾਲੂਗਾ? ਨਾ ਉਹਦਾ ਕਦੀ ਬੀਪੀ ਘਟਿਆ, ਨਾ ਕਦੀ ਸ਼ੂਗਰ ਘਟੀ, ਨਾ ਕਦੀ ਵਧਿਆ ਨਾ ਘਟਿਆ, ਪੂਰਾ ਪ੍ਰੋਪਰ ਠੀਕ ਸੀਗੀ। ਵੀਡੀਓ ਸਾਡੀ ਬੇਟੀ ਤੁਰ ਕੇ ਗਈ ਆ, ਸਾਡੀ ਬੇਟੀ ਤੁਰ ਕੇ ਗਈ ਆ। ਕੀ ਮੰਗ ਕਰਦੇ ਹੁਣ ਤੁਸੀਂ? ਹੁਣ ਅਸੀਂ ਇਹ ਮੰਗ ਕਰਦੇ ਆ, ਸਾਡੀਆਂ ਬੱਚੀਆਂ ਜਿਹੜੀਆਂ ਨਾ ਤੇ ਛੱਡ ਕੇ ਚਲ ਗਈ, ਉਹ ਮਾਂ ਚਲ ਗਈ, ਜਿਹਦੀ ਮਾਂ ਦੀ ਚਲ ਗਈ, ਉਹਦਾ ਪਿੱਛੇ ਸਾਂਭੇਗਾ ਕੌਣ ਉਹਨਾਂ ਨੂੰ? ਅਸੀਂ ਇਨਸਾਫ ਚਾਹੁੰਦੇ ਆ। ਸਾਡੀ ਬੱਚੀਆਂ ਦੇ 50-50 ਲੱਖ ਰੁਪਏ ਲਾਇਆ ਜਾਵੇ ਦੋਨਾਂ ਦੇ ਨਾਂ ਤੇ। ਅਸੀਂ ਭਗਵੰਤ ਮਾਨ ਦੇ ਅੱਗੇ ਵੀ ਇਹ ਅਰਦਾਸ ਕਰਦੇ ਆ, ਹੱਥ ਜੋੜ ਕੇ ਅਸੀਂ ਕਹਿੰਦੇ ਅਰਦਾਸ ਬੇਨਤੀ ਕਰਦੇ ਉਹਦੇ ਅੱਗੇ ਕਿ ਸਾਡੇ ਭਗਵੰਤ ਮਾਨ ਸਾਡਾ ਸੁਣੇ, ਜ਼ਰੂਰ ਸੁਣੇ ਸਾਡੀ, ਕਿਉਂਕਿ ਸਾਡੀਆਂ ਬੱਚੀਆਂ ਨੂੰ ਇਨਸਾਫ ਮਿਲੇ। ਸਾਡੀਆਂ ਬੱਚੀਆਂ ਕਰ ਲੈਂਦਾ ਮੈਡੀਕਲ ਇੱਥੇ ਫ੍ਰੀ ਮਿਲ ਚੱਲੇ ਉਹਨਾਂ ਦਾ। ਸਾਡੀਆਂ ਬੱਚੀਆਂ ਰੱਖਣੀਆਂ ਕਿਸੇ ਨੇ, ਅੱਜ ਕੋਈ ਕਿਸੇ ਦਾ ਬੱਚਾ ਨਹੀਂ ਰੱਖ ਕੇ ਰਾਜੀ, ਸਾਡੀਆਂ ਬੱਚੀਆਂ ਨੂੰ ਇਨਸਾਫ ਮਿਲਣਾ ਚਾਹੀਦਾ। ਪੇਸ਼ੈਂਟ ਬਹੁਤ ਹਾਈ ਰਿਸਕ ਪੇਸ਼ੈਂਟ ਸੀਗਾ, ਟਵਿਨ ਪ੍ਰੈਗਨੈਂਸੀ ਸੀ ਔਰ ਉਹਦੇ ਪਲੇਟਲੇਟ ਕਾਊਂਟ ਬਹੁਤ ਘੱਟ ਸੀਗੇ। IVF ਪੇਸ਼ੈਂਟ ਸੀਗਾ ਜਿਹਦਾ ਐਮਰਜੈਂਸੀ 'ਚ ਆਪਰੇਸ਼ਨ ਕਰਨਾ ਪਿਆ ਕਿਉਂਕਿ ਉਹਨੂੰ ਦਰਦਾਂ ਸ਼ੁਰੂ ਹੋ ਗਈਆਂ ਸੀ ਔਰ ਬਲੀਡਿੰਗ ਹੋ ਰਹੀ ਸੀ। ਉਹਨਾਂ ਨੂੰ ਦੱਸਿਆ ਹੋਇਆ ਸੀਗਾ ਕਿ ਉਹਨਾਂ ਦੇ ਸੈੱਲ ਬਹੁਤ ਘੱਟ ਹੈ ਔਰ ਸੈੱਲ ਚੜਾਏ ਵੀ ਗਏ ਸੀ, ਪਰ ਪੇਸ਼ੈਂਟ ਨੂੰ ਸੈੱਲ ਦੇ ਨਾਲ ਰਿਐਕਸ਼ਨ ਹੋਣ ਕਰਕੇ ਬੁਖਾਰ ਹੋ ਗਿਆ ਔਰ ਦਰਦਾਂ ਸ਼ੁਰੂ ਹੋ ਗਈਆਂ, ਜਿਸ ਕਰਕੇ ਐਮਰਜੈਂਸੀ 'ਚ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦੀ ਜਿੱਦਾਂ ਨਾਰਮਲ ਬਲੀਡਿੰਗ ਹੁੰਦੀ ਹੈ ਉਸ ਤੋਂ ਜ਼ਿਆਦਾ ਬਲੀਡਿੰਗ ਹੋ ਰਹੀ ਸੀ। ਉਹਨੂੰ ਕਾफ़ी ज़्यादा ਟੀਕੇ ਵਗੈਰਾ ਲਗਾ ਕੇ ਕੰਟਰੋਲ ਕਰਿਆ। ਪੇਸ਼ੈਂਟ ਨੂੰ ਕਾफ़ੀ ਬਲੱਡ ਵੀ ਚੜੇ, 6 ਯੂਨਿਟ ਬਲੱਡ ਦੇ ਚੜੇ, ਪਰ ਉਹਦੀ ਬਲੀਡਿੰਗ ਬੰਦ ਨਹੀਂ ਹੋ ਰਹੀ ਸੀ ਔਰ ਪੇਸ਼ੈਂਟ ਦਾ BP ਘਟ ਰਿਹਾ ਸੀ। ਫਿਰ ਅਟੈਂਡੈਂਟਸ ਨੂੰ ਇਹ ਗੱਲ ਸਮਝਾਈ ਤੇ ਉਹਨਾਂ ਤੋਂ ਯੂਟਰਸ ਰਿਮੂਵ ਕਰਨ ਦੇ ਲਈ ਕਿ ਜਿੱਥੋਂ ਬਲੀਡਿੰਗ ਹੋ ਰਹੀ ਹੈ ਉਹ ਕਰਿਆ ਜਾਏ। ਫਿਰ ਅਸੀਂ ਯੂਟਰਸ ਵੀ ਰਿਮੂਵ ਕਰਿਆ, ਪਰ ਉਸ ਦੇ ਬਾਵਜੂਦ ਵੀ
ਪੇਸ਼ੈਂਟ ਹਰ ਜਗ੍ਹਾ ਤੋਂ ਬਲੀਡ ਕਰ ਰਿਹਾ ਸੀਗਾ, ਉਹਦੀ ਬਲੱਡ ਨਹੀਂ ਬੰਦ ਹੋ ਰਹੀ ਸੀ। ਫਿਰ ਇੱਕ FFP ਹੁੰਦੀ ਹੈ, ਉਹ ਵੀ ਚੜਾਏ ਗਏ ਕਿ ਖੂਨ ਕਲੌਟ ਹੋਏ, ਪਰ ਉਹਦਾ ਖੂਨ ਕਿਤੇ ਵੀ ਕਲੌਟ ਨਹੀਂ ਹੋ ਰਿਹਾ ਸੀਗਾ। ਇੱਥੋਂ ਤੱਕ ਕਿ ਜਿੱਥੇ ਅਸੀਂ IV ਫਲੂਇਡ ਲਗਾਉਣ ਦੇ ਲਈ ਕੈਨੂਲਾ ਲਗਾ ਰਹੇ ਸੀ, ਉੱਥੋਂ ਵੀ ਪੇਸ਼ੈਂਟ ਦਾ ਖੂਨ 1 ਘੰਟੇ ਦੇ ਲਈ ਬੰਦ ਨਹੀਂ ਹੋ ਰਿਹਾ ਸੀ, ਉਹ ਫੜ ਕੇ ਬੰਦ ਕਰਨਾ ਪੈ ਰਿਹਾ ਸੀਗਾ। ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਉੱਪਰ ਨਹੀਂ ਆ ਰਿਹਾ ਸੀਗਾ। ਫਿਰ ਪੇਸ਼ੈਂਟ ਨੂੰ ਅਸੀਂ ਜਿੰਨਾ ਕੁ ਆਪਣੇ ਵੱਲੋਂ ਮੈਨੇਜ ਕਰ ਸਕਦੇ ਸੀ, ਪੇਸ਼ੈਂਟ ਇਸ ਹਾਲਤ ਵਿੱਚ ਸੀ ਕਿ ਇੱਕਦਮ ਆਪਰੇਸ਼ਨ ਥੀਏਟਰ 'ਚੋਂ ਬਾਹਰ ਵੀ ਨਹੀਂ ਕੱਢਿਆ ਜਾ ਸਕਦਾ ਸੀ, ਕਿਉਂਕਿ ਉਹਦਾ ਬਲੱਡ ਪ੍ਰੈਸ਼ਰ ਮੇਨਟੇਨ ਕਰਨਾ ਪਹਿਲਾਂ ਜ਼ਰੂਰੀ ਸੀਗਾ। ਜਿੰਨਾ ਅਸੀਂ ਆਪਣੇ ਵੱਲੋਂ ਬੈਸਟ ਕਰ ਸਕਦੇ ਸੀ, ਹਰ ਪੋਸੀਬਲ ਕੋਸ਼ਿਸ਼ ਤੋਂ ਬਾਅਦ ਅਸੀਂ ਜੋ ਲਾਸਟ ਸਾਨੂੰ ਲੱਗਿਆ ਕਿ ਜੋ ਲਾਸਟ ਰਿਜ਼ੋਰਟ ਹੈ ਕਿ ਇੱਕ ਵਾਰ ਪੇਸ਼ੈਂਟ ਨੂੰ, ਕਿਉਂਕਿ ਉਹ ਪੇਸ਼ੈਂਟ ਬਾਹਰ ਭੇਜਣ ਵਾਲੀ ਹਾਲਤ ਵਿੱਚ ਵੀ ਨਹੀਂ ਸੀਗਾ ਕਿ ਉਹਨੂੰ ਇਸੇ ਤਰ੍ਹਾਂ ਆਪਰੇਸ਼ਨ ਥੀਏਟਰ 'ਚੋਂ ਬਾਹਰ ਕੱਢ ਦਈਏ। ਤਕਰੀਬਨ 4 ਤੋਂ 5 ਘੰਟੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਅਟੈਂਡੈਂਟਸ ਨੂੰ ਪਹਿਲਾਂ ਵੀ ਐਕਸਪਲੇਨ ਸੀਗਾ, ਫਿਰ ਪੇਸ਼ੈਂਟ ਨੂੰ ਰੈਫਰ ਕਰਿਆ, ਪੇਸ਼ੈਂਟ ਨੂੰ ਹਾਇਰ ਸੈਂਟਰ ਤੇ ਰੈਫਰ ਕਰਿਆ ਸੀ, ਪਰ ਅਨਫੋਰਚੂਨੇਟਲੀ ਪੇਸ਼ੈਂਟ ਉੱਥੇ ਪਹੁੰਚਣ ਤੱਕ ਸ਼ਾਇਦ ਨਹੀਂ ਪਹੁੰਚ ਪਾਇਆ। ਉੱਥੇ ਜਦੋਂ ਪਹੁੰਚਿਆ ਤੇ ਪੇਸ਼ੈਂਟ ਰਿਵਾਈਵ ਨਹੀਂ ਹੋ ਪਾਇਆ। ਹੁਣ ਜਿਸ ਤਰ੍ਹਾਂ ਕਿ ਪਰਿਵਾਰ ਦੱਸ ਰਿਹਾ ਕਿ ਜਦੋਂ ਅਸੀਂ ਨੈਕਸਟ ਇੱਥੇ ਫਾਰਵਰਡ ਕੀਤਾ ਸੀ, ਉੱਥੇ ਲੈ ਕੇ ਗਏ ਤੇ ਉਹਨਾਂ ਦਾ ਕਹਿਣਾ ਕਿ ਪੇਸ਼ੈਂਟ ਪਹਿਲੇ ਡੈਥ ਕਰ ਚੁੱਕਾ। ਨਹੀਂ ਜੀ, ਇੱਦਾਂ ਨਹੀਂ ਹੈ। ਉਹਨਾਂ ਨੂੰ ਆਪਰੇਸ਼ਨ ਥੀਏਟਰ 'ਚ ਵੀ ਪੇਸ਼ੈਂਟ ਨਾਲ ਮਿਲਵਾਇਆ ਗਿਆ ਸੀ, ਪੇਸ਼ੈਂਟ ਦੇ ਨਾਲ ਗੱਲ ਵੀ ਕਰਵਾਈ ਗਈ ਸੀ ਉਹਨਾਂ ਦੇ ਅਟੈਂਡੈਂਟਸ ਨੂੰ, ਔਰ ਸਭ ਕੁਝ ਦੱਸਿਆ ਗਿਆ ਸੀ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਇਹੀ ਕਿਹਾ ਸੀਗਾ ਕਿ ਹਾਲਤ ਬਹੁਤ ਨਾਜ਼ੁਕ ਹੈ, ਪਰ ਜਿੰਨਾ ਅਸੀਂ ਇੱਥੇ ਕਰ ਸਕਦੇ ਹਾਂ ਅਸੀਂ ਕਰ ਲਿਆ। ਫਿਰ ਅਸੀਂ ਪੇਸ਼ੈਂਟ ਨੂੰ ਅੱਗੇ ਜਿੰਨਾ ਕੁ ਬੈਸਟ ਕਰ ਸਕਦੇ ਸੀ ਫਿਰ ਭੇਜਤਾ। ਉਹਦਾ ਅਟੈਂਡੈਂਟਸ ਨੂੰ ਉਸ ਵੇਲੇ ਵੀ ਮੈਂ ਕਿਹਾ ਸੀ ਕਿ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰ ਲਈ ਹੈ। ਪੇਸ਼ੈਂਟ ਉੱਥੇ ਜਾ ਕੇ ਰਿਵਾਈਵ ਨਹੀਂ ਹੋ ਪਾਇਆ। ਪਰਿਵਾਰ ਦਾ ਸਿੱਧੇ ਤੌਰ ਤੇ ਦੋਸ਼ ਨੇ ਕਿ ਜਿਹੜੀ ਸਾਡੀ ਬੇਟੀ ਜਾਂ ਲੜਕੀ ਨੂੰ ਮਾਰਿਆ ਗਿਆ ਹੈ। ਨਹੀਂ ਜੀ, ਇੱਦਾਂ ਨਹੀਂ ਹੈ। ਉਹਨਾਂ ਦੇ ਨਾਲ ਗੱਲ ਹੋ ਗਈ, ਉਹ ਸਮਝਦੇ ਆ ਜੀ, ਪੇਰੈਂਟਸ ਸਮਝ ਗਏ ਹੈ। ਕਈ ਵਾਰ ਕੁਝ ਹੁੰਦੇ ਆ ਲੋਕ ਜਿਹੜੇ ਦੁੱਖ ਵਿੱਚ ਬੋਲ ਜਾਂਦੇ, ਇੱਦਾਂ ਨਹੀਂ ਹੈ। ਸਾਡੇ ਪ੍ਰਸ਼ਨ ਕਰਾਣ ਗਈ ਆ, ਅਸੀਂ 6 ਘੰਟੇ ਅੰਦਰ ਰੱਖੀ ਇਹਨਾਂ ਨੇ, ਪਤਾ ਨਹੀਂ ਵੀ ਕੀ ਕੀਤਾ, ਬੱਚੇ ਦਾ ਨਹੀਂ ਕਰਤੀ ਉਹਨਾਂ ਦੀ, ਪਤਾ ਨਹੀਂ ਵੀ ਕੀ ਕੀਤਾ। ਬੱਚੇ ਦਾ ਨਹੀਂ ਕੱਢਣ ਦਾ ਕੀ ਮਤਲਬ ਹੈ? ਇਹਨਾਂ ਪਤਾ ਨਹੀਂ ਜਾ ਦੇ ਕੇ ਖੈਟਾ ਨਾੜਾ ਵੜ ਦਿੱਤੀਆਂ, ਗਲਤ ਨਾੜਾ ਵੜ ਦਿੱਤੀਆਂ ਕੁੜੀ ਦੀਆਂ। ਕੁੜੀ ਖਤਮ ਕਰਕੇ ਜਲੰਧਰ ਘੱਲ ਦਿੱਤੀ, ਨਹੀਂ ਚੰਗਾ ਜਲੰਧਰ ਘੱਲ ਦਿੱਤੀ, ਖਤਮ ਕਰਕੇ ਇਹਨੂੰ ਜਲੰਧਰ ਘੱਲ ਦਿੱਤੀ ਕੁੜੀ। ਬਹਾਨਾ ਪਾ ਹਾਂਜੀ 6 ਘੰਟੇ ਹੋ ਗਏ, 6 ਘੰਟੇ 6 ਘੰਟੇ ਹੋ ਗਏ। 6 ਵਜੇ ਦੀ ਕੁੜੀ ਹੋਈ ਆ, 11 ਵਜੇ ਲਾ ਚੱਲਦਾ, 6 ਮਹੀਨੇ ਦਾ ਲਾ ਚੱਲਦਾ ਇੱਥੇ।